25 ਜੂਨ 1975 ਨੂੰ ਹਿੰਦੁਸਤਾਨ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਰਾਤ ਨੂੰ ਲੇਟ ਆਵਰਸ ਦੇ ਵਿੱਚ ਆਪਣੀ ਕੈਬਨਿਟ ਦੀ ਬੈਠਕ ਬੁਲਾ ਕੇ ਹਿੰਦੁਸਤਾਨ ਦੇ ਵਿੱਚ ਇੰਟਰਨਲ ਐਮਰਜੈਂਸੀ ਡਿਕਲੇਅਰ ਕਰਨ ਦਾ ਐਲਾਨ ਕੀਤਾ। ਔਰ ਉਸ ਵਕਤ ਦੇ ਰਾਸ਼ਟਰਪਤੀ ਆਦਰਨੀय ਸ਼੍ਰੀ ਫਖਰੁਦੀਨ ਅਲੀ ਅਹਿਮਦ ਜੀ ਨੇ ਰਾਤ ਨੂੰ ਹੀ ਉਸ ਦੇ ਉੱਤੇ ਹਸਤਾਖਰ ਕਰ ਦਿੱਤੇ। ਔਰ 26 ਜੂਨ ਨੂੰ ਸਵੇਰੇ ਜਿੰਨੇ ਵੀ ਹਿੰਦੁਸਤਾਨ ਦੇ ਸਿਆਸੀ ਨੇਤਾ ਸੀਗੇ, ਟ੍ਰੇਡ ਯੂਨੀਅਨਿਸਟ ਸੀਗੇ, ਜਾਂ ਜਿਹੜੇ ਲੋਕ ਉਸ ਵਕਤ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਸਰਕਾਰ ਦਾ ਵਿਰੋਧ ਕਰ ਰਹੇ ਸੀ, ਉਹਨਾਂ ਨੂੰ ਸਵੇਰੇ ਸਵੇਰੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸਵੇਰੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹੈ ਕਿ ਹਿੰਦੁਸਤਾਨ ਦੇ ਵਿੱਚ ਅਰਾਜਕਤਾ ਵੱਧ ਰਹੀ ਸੀ, ਹਿੰਦੁਸਤਾਨ ਦੀਆਂ ਸਿਆਸੀ ਪਾਰਟੀਆਂ ਦੇਸ਼ ਦੇ ਟੁਕੜੇ ਟੁਕੜੇ ਕਰ ਰਹੀਆਂ ਸੀ, ਇਸ ਕਰਕੇ ਹਿੰਦੁਸਤਾਨ ਦੇ ਮੌਜੂਦਾ ਹਾਲਾਤ ਦੇ ਵਾਸਤੇ ਇੰਟਰਨਲ ਐਮਰਜੈਂਸੀ ਲਗਾਉਣਾ ਬਹੁਤ ਹੀ ਜ਼ਰੂਰੀ ਸੀਗਾ। ਐਮਰਜੈਂਸੀ ਲਗਾ ਕੇ ਉਹਨਾਂ ਨੇ ਇੱਕ ਗੱਲ ਕਰ ਦਿੱਤੀ ਕਿ ਜਿਹੜੇ ਸਿਆਸੀ ਆਗੂ ਮਾफ़ी ਮੰਗ ਲੈਂਦੇ ਆ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ, ਔਰ ਜਿਹੜੇ ਨਹੀਂ ਮਾफ़ੀ ਮੰਗਦੇ ਔਰ ਉਹ ਕਹਿੰਦੇ ਆ ਕਿ ਅਸੀਂ ਲੋਕਤੰਤਰ ਦੇ ਮੁੱਲਿਆਂ ਦੀ ਰੱਖਿਆ ਕਰਨ ਦੇ ਵਾਸਤੇ ਹਿੰਦੁਸਤਾਨ ਦੀ ਦਿੱਤੀ ਹੋਈ ਆਜ਼ਾਦੀ ਨੂੰ ਬਣਾਏ ਰੱਖਣ ਦੇ ਵਾਸਤੇ ਸੰਘਰਸ਼ ਕਰਾਂਗੇ, ਉਹਨਾਂ ਨੂੰ ਜੇਲ੍ਹਾਂ ਵਿੱਚ ਹੀ ਰੱਖਿਆ ਗਿਆ। ਸਾਡੇ ਹੁਸ਼ਿਆਰਪੁਰ ਦੇ ਵਿੱਚ ਉਦੋਂ ਜੋ ਵਾਤਾਵਰਨ ਸੀ, ਮੈਂ ਆਪ 11ਵੀਂ ਕਲਾਸ ਦਾ ਵਿਦਿਆਰਥੀ ਸੀ। ਮੇਰੇ ਪਿਤਾ ਜੀ ਸਵਰਗੀ ਸ਼੍ਰੀ ਓਮ ਪ੍ਰਕਾਸ਼ ਬੱਗਾ, ਜਿਹੜੇ ਕਿ ਸਮਾਜਵਾਦੀ ਨੇਤਾ ਸੀਗੇ, ਉਹਨਾਂ ਨੂੰ ਸਵੇਰੇ 6 ਵਜੇ ਆ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਔਰ ਗ੍ਰਿਫਤਾਰ ਕਰਕੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਗਏ। ਅਸੀਂ ਪੁੱਛਿਆ ਵੀ ਕੀ ਕਸੂਰ ਹੈ, ਉਹ ਕਹਿੰਦੇ ਪੁੱਛਣ ਦੀ ਜ਼ਰੂਰਤ ਨਹੀਂ ਗੀ। ਜਿੰਨੇ ਵੀ ਸਿਆਸੀ ਆਗੂ ਗ੍ਰਿਫਤਾਰ ਕੀਤੇ ਗਏ, ਕਿਸੇ ਤੇ ਮੀਸਾ ਲਗਾਇਆ ਗਿਆ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਕਿਸੇ ਦੇ ਉੱਤੇ DIR ਲਗਾਇਆ ਗਿਆ, ਡਿਫੈਂਸ ਆਫ ਇੰਡੀਆ ਰੂਲ, ਕਿਸੇ ਦੇ ਉੱਤੇ 751 ਲਗਾਈ ਗਈ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚੋਂ 4 ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਨੇ ਲੰਬਾ ਸਮੇਂ ਕੈਦ ਕੱਟੀ ਉਦੋਂ ਇੰਦਰਾ ਗਾਂਧੀ ਜੀ ਦੇ ਰਾਜ ਦੇ ਵਿਰੁੱਧ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੈਦ ਉਸ ਵਕਤ ਦੇ ਮਹਾਨ ਸਮਾਜਵਾਦੀ ਆਗੂ, ਕ੍ਰਾਂਤੀਕਾਰੀ ਨੇਤਰਤਵ ਦੇਣ ਵਾਲੇ ਚੌਧਰੀ ਬਲਬੀਰ ਸਿੰਘ ਜੀ ਸੀਗੇ, ਜਿਨ੍ਹਾਂ ਨੇ 15-16 ਮਹੀਨੇ ਜੇਲ੍ਹ ਫਿਰੋਜ਼ਪੁਰ ਦੇ ਵਿੱਚ, ਨਾਭਾ ਦੇ ਵਿੱਚ, ਹੁਸ਼ਿਆਰਪੁਰ 'ਚ ਕੱਟੀ। ਮੇਰੇ ਪਿਤਾ ਜੀ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਨੇ 8 ਮਹੀਨੇ ਲੁਧਿਆਣਾ ਅਤੇ ਹੁਸ਼ਿਆਰਪੁਰ 'ਚ ਜੇਲ੍ਹ ਕੱਟੀ। ਕਾਮਰੇਡ ਜਸਵੰਤ ਸਿੰਘ ਜੀ, ਜਿਹੜੇ ਬਾਅਦ ਵਿੱਚ ਵਾਈਸ ਪ੍ਰੈਜ਼ੀਡੈਂਟ ਮਿਊਨਿਸਪਲ ਕਮੇਟੀ ਦੇ ਬਣੇ, ਸ਼੍ਰੀ ਰਮੇਸ਼ ਸ਼ਰਮਾ ਜ਼ਾਲਿਮ ਜੀ, ਜਿਹੜੇ ਕਿ ਮਿਊਨਿਸਪਲ ਕਾਰਪੋਰੇਟਰ ਬਹੁਤ ਲੰਬਾ ਸਮਾਂ ਰਹੇ, ਉਹਨਾਂ ਨੇ ਵੀ ਲੰਬੇ ਸਮੇਂ ਦੀ ਵਿੱਚ ਜੇਲ੍ਹ ਯਾਤਰਾ ਉਸ ਵੇਲੇ ਕੀਤੀ। ਹੁਣ ਇੱਕ ਗੱਲ ਜਿਹੜੀ ਜਾਣਨੀ ਬਹੁਤ ਜ਼ਰੂਰੀ ਹੈ ਕਿ ਹਿੰਦੁਸਤਾਨ ਦੇ ਵਿੱਚ ਐਮਰਜੈਂਸੀ ਕਿਆ ਇਸੀ ਕਾਰਨ ਲਗਾਤੀ ਗਈ ਸੀ ਜਿਹੜੇ ਕਿ ਮੈਂ ਪਹਿਲੇ ਦੱਸੇ ਹੈ? ਨਹੀਂ। ਉਹਦਾ ਅਸਲੀ ਕਾਰਨ ਕੀ ਸੀਗਾ ਕਿ 1971 ਦੇ ਵਿੱਚ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਲੋਕ ਸਭਾ ਦੀ ਮੈਂਬਰ ਬਣੇ ਹੈ, ਉਹਨਾਂ ਦੇ ਜਿੱਤਣ ਦੇ ਉੱਤੇ ਉਸ ਵਕਤ ਦੇ ਹਿੰਦੁਸਤਾਨ ਦੇ ਮਹਾਨ ਸਮਾਜਵਾਦੀ ਨੇਤਾ, ਉੱਤਰ ਪ੍ਰਦੇਸ਼ ਦੇ ਵਾਸੀ ਸ਼੍ਰੀ ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰਕੇ ਜਿੱਤ ਹਾਸਲ ਕੀਤੀ ਹੈ। ਤਾਂ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਦੇ ਆਦਰਨੀय ਜੱਜ ਸ਼੍ਰੀ ਜਗਮੋਹਨ ਸਿਨਹਾ ਜੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਲੈਕਸ਼ਨ ਨੂੰ ਇਲੀਗਲ ਕਰਾਰ ਦੇ ਦਿੱਤਾ। ਔਰ ਇਸ ਦੇ ਵਿਰੋਧ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਖੱਪ ਪੈ ਗਈ। ਲੋਕਾਂ ਨੇ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਜੀ ਤਿਆਗ ਪੱਤਰ ਦੇਣ। ਪਟਨਾ ਦੇ ਵਿੱਚ ਜੈ ਪ੍ਰਕਾਸ਼ ਨਾਰਾਇਣ, ਜਿਹੜੇ ਕਿ ਸਰਵੋਦਯ ਨੇਤਾ ਸੀ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵਿਸ਼ਾਲ ਰੈਲੀ ਕੀਤੀ ਗਈ, ਪ੍ਰੋਟੈਸਟ ਮਾਰਚ ਹੋਇਆ, ਜਿਹਦੇ ਵਿੱਚ ਬਿਹਾਰ ਦੇ ਮੁੰਗੇਰ ਦੇ ਰਹਿਣ ਵਾਲੇ ਪ੍ਰਖਿਆਤ ਕਵੀ ਵਿਸ਼ੇਸ਼ ਸ਼੍ਰੀ ਰੇਨੂ ਦੀ ਇੱਕ ਕਵਿਤਾ ਦੇ ਬੋਲ ਸੀ, ਸਿਆਸਨ ਖਾਲੀ ਕਰੋ ਕਿ ਜਨਤਾ ਆਤੀ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਘਬਰਾ ਕੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ। ਹੁਣ ਅੱਜ ਦੇ ਸੰਦਰਭ ਵਿੱਚ ਅੱਜ ਕੀ ਹੈ, ਜੇ ਅਸੀਂ ਸਾਨੂੰ ਕੋਈ ਪੁੱਛੇ ਕਿ ਐਮਰਜੈਂਸੀ 'ਚ ਤੁਹਾਡੇ ਪਰਿਵਾਰਾਂ ਦਾ ਕੀ ਹਾਲ ਸੀਗਾ, ਤੇ ਉਸ ਵਕਤ ਤਾਂ ਇਹ ਹਾਲਤ ਸੀਗੇ ਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ ਜਿੰਨੀਆਂ DAV ਇੰਸਟੀਟਿਊਸ਼ਨਸ ਹੈ, ਪ੍ਰਿੰਸੀਪਲ ਰਾਜਕੁਮਾਰ ਜੀ, ਡਾਕਟਰ ਨੂਪ ਦੇ ਫਾਦਰ, ਇਹਨਾਂ ਸਾਰਿਆਂ ਨੂੰ ਵੀ ਬਹੁਤ ਤੰਗ ਕੀਤਾ ਗਿਆ। ਚਾਹੇ ਇਹ ਜੇਲ੍ਹ 'ਚ ਨਹੀਂ ਗਏ, ਇਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਡੀਆਂ ਇੰਸਟੀਟਿਊਸ਼ਨਸ ਖੋਲਾਂਗੇ, ਔਰ ਇਹ ਇੰਸਟੀਟਿਊਸ਼ਨਸ ਖੋਹ ਕੇ ਦਿੱਲੀ ਮੈਨੇਜਿੰਗ ਕਮੇਟੀ ਨੂੰ ਦੇ ਦਿੱਤੀ ਗਈ। ਪ੍ਰਿੰਸੀਪਲ DL ਆਨੰਦ, ਉਹਨਾਂ ਨੇ ਵੀ ਬਹੁਤ ਕੰਟਰੀਬਿਊਟ ਕੀਤਾ। ਇਹ ਸਾਰੀਆਂ ਕੰਟਰੀਬਿਊਸ਼ਨ ਦੇ ਵਿੱਚ ਪਰਿਵਾਰਾਂ ਨੇ ਬਹੁਤ ਜ਼ਿਆਦਾ ਸफ़र ਕੀਤਾ। अब जो कोई पूछे भी तो इससे क्या
सहरे हालात करें, दिल ठहरे तो दर्द सुनाए, दर्द थामे तो बात करें। हालात इदां दे है कि ये गल्लां जदों याद आंदियां तो मन बड़ा दुखी हुंदा है। पर दुख इस गल का भी है कि अज दे जिहड़े हालात है ये शायद उस एमरजेंसी तो भी माड़े है। ਜਦੋਂ श्रीमती गांधी जी ने एमरजेंसी लगाती सी तो देश के विच कोई जलूस नहीं सी निकल रहा, कोई प्रोटेस्ट नहीं सी हो रहा, शांति चल रही सी। पर मैं महसूस करता कि इंदिरा गांधी फिर थोड़ी जी डेमोक्रेट सी। उन्हें की किया 18 जनवरी 1977 ਨੂੰ अनाउंस करता कि आओ चुनाव लड़ लो और वो चुनावों के चली गई। उन्होंने उदों ही पता लगा चुनावों कि लोगों के लोकतंत्रिक मूल्य का हनन करने वास्ते की हालत होंदी है कि श्रीमती इंदिरा गांधी खुद, उन्होंने सपुत्र संजय गांधी खुद चुनाव हार गए। 2 साल जनता पार्टी की सरकार चली पर वो लोग आपस च लड़न लग पे और उस वजह करके दोबारा श्रीमती इंदिरा गांधी जी सत्ता दे विच आ गए। पर मैनू बड़ा अफसोस हुंदा कि अज दे दिन अगर असीं झात मारीए तो हिंदुस्तान दे विच मणिपुर के की हालात है, वैस्ट बंगाल के की हालात है। केंद्र की सरकार अपने राजनीतिक सोड़े हितों के वास्ते अपने विपक्षी नेतावां दे उत्ते एनफोर्समेंट डायरैक्टोरेट के अधिकारी भेजती है, सेंट्रल ब्यूरो ऑफ इन्वैस्टिगेशन के अधिकारी भेजती है, इनकम टैक्स डिपार्टमेंट के अधिकारी भेजते हैं। सूबाई सरकारां भी अपनियां एजेंसियां का प्रयोग अपने विरोधियों के विरुद्ध इस तरह करते हैं कि जिद्दां लोकतंत्र नूं सरवाइव नहीं करन देना हैगा। यह बड़ी माड़ी गल है। वो तो एक घोषित एमरजेंसी सी, अज देश के बहुत सारे हिस्सों अघोषित एमरजेंसी भी चल रही हैगी है। इस करके अज दे दिन नूं मैं याद करदिआं एक गल जरूर कहनी चाहता वां कि सानूं किसी नूं भी हाकम नूं अपने राजनीतिक विरोधियों के उत्ते, अपनी विरोधी विचारधारा रखण वालियां दे विरुद्ध कोई सानूं जुल्म जबर नहीं करना चाहिए। जिद्दां कि श्रीमती इंदिरा गांधी नूं समझ ही नहीं सी लगी कि 19 महीनों जब कोई प्रोटेस्ट नहीं हो रहा तो उसके बाद लोगों ने उन्होंने तख्ता पलट दिता। तो मौजूदा केंद्री ते राज सरकारां नूं भी इस गल का ख्याल रखना चाहिए कि किसी वक्त भी साडे तख्ते वोट पैन दे उत्ते बदले जा सकते हैं। अखीर दे विच साहिर लुधियानवी जी की एक गज़ल जुल्म के विरुद्ध जी उन्होंने लिखी सी, वो मैं कुछ लाइनां लिख के लिया वां, वो मैं जरूर दर्शकों के नाल साझियां करनियां चाहना। जुल्म फिर जुल्म है, जुल्म फिर जुल्म है, बढ़ता है तो मिट जाता है। खून फिर खून है, टपकेगा तो जम जाएगा। तुमने जिस खून को मक्तल में दबाना चाहा, आज वो कूचा बाजार में आ निकला है। कहीं शोला, कहीं नारा, कहीं पत्थर बनकर। खून चलता है तो रुकता नहीं संगीनों से, खून चलता है तो रुकता नहीं संगीनों से। सर उठता है तो दबता नहीं आईनों से। धन्यवाद।